हेलो ओला सत श्री अकाल आदाब नमस्ते वेलकम टू स्पेन न्यूज़ गुरजीत सिंह यूट्यूब चैनल। तुसी सुन रहे हो जी स्पेन ਅਤੇ दुनिया ਦੀਆਂ ਤਾਜ਼ਾ ਖਬਰਾਂ स्पेन न्यूज़ गुरजीत सिंह यूट्यूब चैनल उत्ते जी। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਹੁਣ ਕਰਦੇ ਹਾਂ ਜੀ ਅਗਲੀ ਖਬਰ ਸ਼ੁਰੂ। ਤੇ ਸਭ ਤੋਂ ਪਹਿਲਾਂ ਅਸੀਂ ਦੱਸ ਦਈਏ ਜਿਸ ਦਿਨ ਅਸੀਂ ਆਨਲਾਈਨ ਹੋ ਕੇ ਗੱਲ ਕੀਤੀ ਸੀ ਕਿ ਜਰਮਨ ਦੇ ਵਿੱਚ ਜਿਹੜਾ ਹੈ ਉਹ ਇੱਕ ਕੇਬਲ ਜਿਹੜੀ ਹੈ ਤਾਰ ਹੈ ਉਹ ਪੈ ਰਹੀ ਹੈ ਜੀ ਤੇ ਉਸ ਦੇ ਵਿੱਚ ਜਿਹੜਾ ਹੈ ਬਹੁਤ ਸਾਰੇ ਜਿਹੜੇ ਵਰਕਰਾਂ ਦੀ ਲੋੜ ਹੈ ਜੀ। ਤੇ ਸਪੇਨ ਇੰਪ੍ਰੈਸਾ ਹੈਗਾ ਜਿਹੜਾ ਜਰਮਨ ਦੇ ਵਿੱਚ ਜਿਹੜਾ ਹੈ ਉਸਨੇ ਇਹ ਜਿਹੜਾ ਹੈ ਠੇਕਾ ਲਿਆ ਜੀ, ਜਿਸ ਦੇ ਵਿੱਚ ਸਪੇਨ ਦੇ ਵਿੱਚ ਜੇਕਰ ਕਿਸੇ ਕੋਲ ਜੂਈ ਹੈਗੀ ਆ ਤੇ ਜਾਂ ਕਿਸੇ ਕੋ ਰੈੱਡ ਪਾਸਪੋਰਟ ਹੈ, ਰੈੱਡ ਪਾਸਪੋਰਟ ਜਿਹੜਾ ਹੈ ਉਹ ਸਪੇਨ ਵਿੱਚ ਨਹੀਂ ਪੂਰੇ ਯੂਰਪ ਦਾ ਹੀ ਜੇ ਕਿਸੇ ਕੋ ਪਾਸਪੋਰਟ ਹੈਗਾ ਤੇ ਸਪੇਨ ਵਿੱਚ ਸਪੈਸ਼ਲ ਜੇ ਕਿਸੇ ਕੋ ਜੂਈ ਕਾਰਡ ਦੇ ਨਾਲ ਜਿਹੜੀ ਰੈਜ਼ੀਡੈਂਸੀ ਹੈਗੀ ਆ ਉਹ ਹੈ ਤੇ ਉਹ ਜਿਹੜਾ ਹੈ ਇਸ ਟਾਈਮ ਜਰਮਨ ਦੇ ਵਿੱਚ ਜਾ ਕੇ ਜਿਹੜਾ ਹੈ ਉਹ ਕੰਮ ਕਰ ਸਕੇਗਾ ਜੀ। ਤੇ ਇਸ ਦੀ ਜਿਹੜੀ ਈਮੇਲ ਹੈਗੀ ਆ ਜਿਹੜੀ ਤੁਸੀਂ ਸਕਰੀਨ ਤੇ ਈਮੇਲ ਦੇਖ ਰਹੇ ਹੋ ਇਸ ਦੇ ਉੱਤੇ ਤੁਸੀਂ ਆਪਣਾ ਕੁਰੀਕੁਲਮ ਹੈ ਜਿਹੜਾ ਆਪਣਾ ਤਜਰਬਾ ਹੁੰਦਾ ਜਿਹੜਾ ਉਹ ਪਾਉਣਾ ਤੇ ਜਿਹੜਾ ਉਹ ਤੁਹਾਨੂੰ ਜਿਹੜੇ ਕੰਪਨੀ ਦੇ ਜਿਹੜੇ ਸੈਕਟਰੀ ਹੈ ਉਹ ਫਿਰ ਤੁਹਾਨੂੰ ਜਿਹੜਾ ਕਾਲ ਕਰਕੇ ਤੁਹਾਡੇ ਨਾਲ ਗੱਲਬਾਤ ਕਰੇਗਾ। ਤੁਹਾਡਾ ਜਿਹੜਾ ਹੈ ਰਹਿਣ ਦਾ ਜਿਹੜਾ ਖਰਚਾ ਉਹ ਕੰਪਨੀ ਵੱਲੋਂ ਹੀ ਹੋਵੇਗਾ ਸਾਰਾ ਜੀ। ਤੇ ਜਿਹੜੀ ਆ ਤਨਖਾਹ ਜਿਹੜੀ ਹੈ ਉੱਥੇ ਬਾਵਾ ਸਕੇਲ ਜਿਹੜਾ ਹੈ ਬਹੁਤ ਵਧੀਆ ਜਿਹੜਾ ਸਕੇਲ ਉਹਨਾਂ ਨੇ ਦੱਸਿਆ ਉਹ ਹੈਗਾ ਜੀ। ਤੇ ਜਿਸ ਵੀ ਕਿਸੇ ਨੇ ਜਰਮਨ ਹੁਣ ਜਾਣਾ ਹੋਵੇ ਉਹ ਜਿਹੜਾ ਹੈ ਇਸ ਈਮੇਲ ਤੇ ਆਪਣਾ ਕੁਰੀਕੁਲਮ ਭੇਜੋ। ਸਿਰਫ ਜੂਈ ਕਾਰਡ ਅਤੇ ਪਾਸਪੋਰਟ ਜਿਹੜਾ ਕੋ ਹਨ ਉਹ ਹੀ ਜਿਹੜੇ ਜਾ ਸਕਦੇ ਹਨ ਜੀ। ਤੇ ਕੰਪਨੀ ਦੇ ਜਿਹੜੇ ਨੁਮਾਇੰਦੇ ਹਨ ਉਹਨਾਂ ਨਾਲ ਗੱਲਬਾਤ ਕੀਤੀ ਹੈ, ਉਹ ਕਹਿੰਦੇ ਜੇਕਰ ਕਿਸੇ ਨੇ ਉੱਥੇ ਆਪਣੇ ਜਰਮਨ ਦੇ ਜਿਹੜੇ ਹਨ ਉਹ ਪੇਪਰ ਵੀ ਲੈਣੇ ਹੋਣ ਉਹ ਵੀ ਉਹ ਅਪਲਾਈ ਕਰ ਦੇਣਗੇ। ਪਹਿਲਾਂ ਉਹਨਾਂ ਨੂੰ ਜੂਈ ਦੇ ਵਿੱਚ ਉੱਥੇ ਕੰਮ ਕਰਨਾ ਪਏਗਾ ਜੀ ਉਹਨਾਂ ਕੋਲ। ਉਸ ਤੋਂ ਬਾਅਦ ਜੇਕਰ ਉਹਨਾਂ ਦਾ ਕੰਮ ਠੀਕ ਹੋਇਆ ਤਾਂ ਉਹ ਜਿਹੜੇ ਅੱਗੇ ਉਹਨਾਂ ਦੇ ਪੇਪਰ ਵੀ ਜਰਮਨ ਦੇ ਵਿੱਚ ਚੇਂਜ ਕਰਵਾ ਦੇਣਗੇ। ਅਤੇ ਉਹਨਾਂ ਨੇ ਇੱਕ ਖਾਸ ਹਦਾਇਤ ਦਿੱਤੀ ਹੈ ਉਹ ਹੀ ਜਾਣ ਜੋ ਕੰਮ ਕਰ ਸਕਣ। ਉਹਨਾਂ ਨੇ ਕਿਹਾ ਕਿ 80 ਮੀਟਰ ਤਾਰ ਹੈ ਜਿਹੜੀ ਉਹ ਜਿਹੜੀ 6 ਬੰਦਿਆਂ ਨੇ ਰੋਜ਼ਾਨਾ ਪਾਉਣੀ ਹੁੰਦੀ ਹੈ ਤੇ ਜਿਸ ਦੇ ਵਿੱਚ 2 ਪ੍ਰੋਫੈਸ਼ਨਲ ਬੰਦੇ ਹੋਣਗੇ, ਇੱਕ ਜਿਹੜਾ ਮਾਕੀਨੇਰੀਆ ਜਿਹੜਾ ਜਿਹਦੇ ਕੋਲ ਲਾਇਸੈਂਸ ਹੋਵੇ ਉਹ ਜਿਹੜਾ ਬੰਦਾ ਚਾਹੀਦਾ, ਉਸ ਬਾਕੀ ਜਿਹੜੇ ਮਜ਼ਦੂਰ ਹੁੰਦੇ ਆ ਉਹ ਜਿਹੜੇ ਆ ਉਹ ਹੋਣੇ ਚਾਹੀਦੇ ਵਿੱਚ ਜੀ। ਤੇ ਇਸ ਤਰ੍ਹਾਂ ਦੇ ਕਰਕੇ ਉਹਨਾਂ ਨੇ 6 ਬੰਦਿਆਂ ਦਾ ਗਰੁੱਪ ਬਣਾ ਕੇ ਭੇਜਣਾ ਤੇ ਕੰਮ ਜਿਹੜਾ ਹੈ ਉਹ ਸਾਲਾ ਬੱਧੀ ਦਾ ਕੰਮ ਹੈ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਤਕਰੀਬਨ ਜਿਹੜਾ ਹੈ 2500 ਤੋਂ 2000 ਯੂਰੋ 2500 ਤੋਂ 3000 ਯੂਰੋ ਤੱਕ ਜਿਹੜਾ ਹੈ ਤੁਸੀਂ ਕਮਾ ਸਕੋਗੇ ਜੀ। ਇਹ ਜਿਹੜੀ ਈਮੇਲ ਤੇ ਤੁਸੀਂ ਆਪਣੇ ਜਿਹੜਾ ਕੁਰੀਕੁਲਮ ਭੇਜੋ ਤੇ ਆਪਣਾ ਜਿਹੜਾ ਹੈ ਤੁਸੀਂ ਜਰਮਨ ਦੇ ਵਿੱਚ ਜੇ ਕੰਮ ਕਰਨਾ ਚਾਹੋ ਤੇ ਤੁਸੀਂ ਜਰਮਨ ਦੇ ਵਿੱਚ ਹੁਣ ਕੰਮ ਕਰਨ ਜਾ ਸਕੋਗੇ ਜੀ। ਅਗਲੀਆਂ ਖਬਰਾਂ ਦੇ ਵਿੱਚ ਦੱਸ ਦਿੱਤੇ ਸਪੇਨ ਦੇ ਕਤਲੂਨੀਆ ਦੇ ਵਿੱਚ ਜਿਹੜਾ ਹੈ ਕੌਨਫੀਨਾਮੈਂਟੋ ਪੈਰੀਮੈਟੋਰੀਅਲ ਜਿਹੜਾ ਹੁੰਦਾ ਜੀ, ਜਿੱਥੇ ਤੁਸੀਂ ਕੋਮਾਰਕਾ ਜਿਹੜਾ ਹੈ ਕਤਲੂਨੀਆ ਤੋਂ ਤੁਸੀਂ ਬਾਹਰ ਨਹੀਂ ਜਾ ਸਕਦੇ, ਇੱਥੇ ਨਹੀਂ ਜਾ ਸਕਦੇ, ਉੱਥੇ ਨਹੀਂ ਜਾ ਸਕਦੇ, ਜਿਸ ਤਰ੍ਹਾਂ ਦੀਆਂ ਜਿਹੜੀਆਂ ਸਖਤਾਈਆਂ ਹੋਈਆਂ ਹਨ ਉਹ ਜਿਹੜਾ ਹੈ 26 ਤਰੀਕ ਨੂੰ ਜਿਹੜੀਆਂ ਖਤਮ ਹੋਣ ਜਾ ਰਹੀਆਂ ਨੇ ਜੀ। 26 ਤਰੀਕ ਨੂੰ ਤੁਸੀਂ ਜਿਹੜਾ ਹੈ ਕਤਲੂਨੀਆ ਤੋਂ ਬਾਹਰ ਜਿਹੜਾ ਹੈ ਉਹ ਜਾ ਸਕੋਗੇ ਜੀ। 26 ਤਰੀਕ ਨੂੰ ਸਰਕਾਰ ਜਿਹੜੀ ਹੈ ਉਹ ਇਹ ਖਤਮ ਕਰਨ ਜਾ ਰਹੀ ਹੈ ਜੀ। ਟਰਬਾਖਾਡੋਰੇ ਸੋਸ਼ੀਅਲ ਜਿਹੜੇ ਹਨ ਜੀ ਹੁਣ ਜਿਹੜਾ ਹੈ ਆਪਣਾ ਪ੍ਰੋਟੈਸਟ ਜਿਹੜਾ ਹੈ ਉਹ ਗੌਰਮੈਂਟ ਦੇ ਖਿਲਾਫ ਸ਼ੁਰੂ ਕਰਨ ਜਾ ਰਹੇ ਹਨ ਜੀ। ਇਹ ਪ੍ਰੋਟੈਸਟ ਜਿਹੜਾ ਬਾਰਸਲੋਨਾ ਤੋਂ ਜਿਹੜਾ ਹੈ ਸ਼ੁਰੂ ਹੋਵੇਗਾ। ਬਾਰਸਲੋਨਾ ਦੇ ਟਰਬਾਖਾਡੋਰਸ ਜਿਹੜੇ ਸੋਸ਼ੀਅਲ ਸਨ ਜਿਹੜਾ ਜਿਵੇਂ ਕਿ ਸਗੋਰੀਦਾਰ ਸੋਸ਼ੀਅਲ ਵਾਲੇ ਜਿਹੜੇ ਕੰਮ ਕਰਦੇ ਹਨ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਕੋ ਕੰਮ ਬਹੁਤ ਜ਼ਿਆਦਾ ਵੱਧ ਗਿਆ ਹੈ ਤੇ ਉਹਨਾਂ ਦੀ ਸਕੇਲ ਉਹਨਾਂ ਦੀ ਪੇ ਜਿਹੜੀ ਹੈ ਉੱਥੇ ਦੀ ਉੱਥੇ ਹੀ ਹੈ ਜੀ। ਉਸ ਦੇ ਹਿਸਾਬ ਦੇ ਨਾਲ ਉਹ ਕੋਬਰਾ ਨਹੀਂ ਕਰ ਰਹੇ, ਜਿਸ ਕਰਕੇ ਉਹਨਾਂ ਨੇ ਜਿਹੜਾ ਹੈ ਆਪਣਾ ਕੰਮ ਬੰਦ ਕਰਨ ਦਾ ਜਿਹੜਾ ਹੈ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਬੜੀ ਜਲਦ ਜਿਹੜਾ ਹੈ ਸੋਸ਼ੀਅਲ ਜਿਹੜੇ ਸਾਰੇ ਕੰਮ ਜਿਹੜੇ ਉਹ ਬੰਦ ਹੋਣ ਜਾ ਰਹੇ ਹਨ ਜੀ ਬਾਰਸਲੋਨਾ ਦੇ ਵਿੱਚ ਤੇ ਇਹਨਾਂ ਨੇ ਗਵਰਨਮੈਂਟ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਜੀ। ਗੋਵੇਰਨੋ ਸਪਾਨੀਆ ਨੇ ਕਿਹਾ ਹੈ ਕਿ ਜੋ ਕੋਮਨੀਦਾਦ ਜਾਂ ਆਟੋਨੋਮੀਆਂ ਹਨ ਉਹ ਜਿਹੜੀਆਂ ਹੈ ਗੋਵੇਰਨੋ ਕੋਲੋਂ ਹੁਣ ਫੁੰਦੋਸ ਜਿਹੜੀਆਂ ਹਨ ਉਹ ਲੈਣਗੀਆਂ ਜਾਂ ਲੈ ਸਕਣਗੀਆਂ। ਤੇ ਉਹਨਾਂ ਨੇ ਕਿਹਾ ਹੈ ਕਿ ਜੋ ਕੋਮਨੀਦਾਦ ਹਨ ਉਹ ਖੁਦ ਜਿਹੜਾ ਹੈ ਆਪਣੇ
ਕੌਮੀਦਾਦ ਦੇ ਵਿੱਚ ਡਿਸਾਈਡ ਕਰਨ ਕਿ ਕਿਹੜੇ ਸੈਕਟਰ ਜਿਹੜਾ ਹੈ ਉਹ ਕ੍ਰਿਸਿਸ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਹੈ ਤੇ ਉਸ ਨੂੰ ਹੀ ਜਿਹੜੀਆਂ ਅਜੂਦਾ ਜਿਹੜੀਆਂ ਉਹ ਮਿਲ ਗਈਆਂ। ਇਹ ਜ਼ਰੂਰੀ ਨਹੀਂ ਕਿ ਹੋਸਟਲ ਏਰੀਆ ਜਾਂ ਹੋਰ ਕੋਈ ਸੈਕਟਰ ਹੈ ਉਹਨਾਂ ਨੂੰ ਹੀ ਸਾਰੀਆਂ ਅਜੂਦਾ ਦਿੱਤੀਆਂ ਜਾਣ। ਉਹਨਾਂ ਨੇ ਕਿਹਾ ਕੋਈ ਵੀ ਸੈਕਟਰ ਜਿਹੜਾ ਹੈ ਆਪਣੀ ਕੌਮੀਦਾਦ ਦੇ ਵਿੱਚ ਗੋਬਰਨੋ ਦੇ ਕੌਮੀਦਾਦ ਆਪ ਦੇਖੇਗੀ ਤੇ ਉਸ ਨੂੰ ਜਿਹੜੀਆਂ ਹੈ ਅਜੂਦਾ ਦਿੱਤੀਆਂ ਜਾਣਗੀਆਂ। ਗੋਬਰਨੋ ਸਪਾਨੀਆ ਨੇ ਜਿਹੜਾ ਹੈ ਕੌਮੀਦਾਦ ਦੇ ਜਿਹੜੇ ਕਮਰਸ਼ੀਅਲਸ ਲਈ ਜੋ ਕਿ ਕ੍ਰਿਸਿਸ ਵਿੱਚ ਹਨ ਉਹਨਾਂ ਲਈ ਜਿਹੜਾ ਫੁੰਦੋਸ ਜਿਹੜੀਆਂ ਹੈ ਜਾਰੀ ਕਰ ਦਿੱਤੀਆਂ ਹਨ ਜੀ। 1 ਮਈ ਤੋਂ ਬਾਅਦ ਜਿਹੜਾ ਹੈ ਸਪੇਨ ਦੇ ਵਿੱਚ ਆਟੋਨੋਮਸ ਅਤੇ ਪੈਂਸ ਜੋ ਕਿ ਇੱਕ ਤਰ੍ਹਾਂ ਦੇ ਇੰਪ੍ਰੈਸਸ ਹੁੰਦਾ ਜੀ, ਉਹਨਾਂ ਲਈ ਅਜੂਦਾ ਜਿਹੜੀਆਂ ਹੈ ਉਹ ਖੁੱਲ੍ਹ ਗਈਆਂ ਹਨ। 1 ਮਈ ਤੋਂ ਬਾਅਦ ਜਿਹੜੇ ਹੈ ਆਟੋਨੋਮਸ ਜਾਂ ਪੈਂਸ ਆਪਣੇ ਜਿਹੜੇ ਸੋਲੀਸਟੂਤ ਜਿਹੜੇ ਹੈ ਭਰਨੇ ਸ਼ੁਰੂ ਕਰ ਸਕਦੇ ਹਨ ਜੀ। 1 ਮਈ ਤੋਂ ਬਾਅਦ ਜਿਹੜਾ ਕਿ 1500 ਤੋਂ 2000 ਯੂਰੋ ਹੁੰਦਾ ਜੀ ਜਿਹੜਾ ਆਟੋਨੋਮਸ ਨੂੰ ਮਿਲਦਾ ਤੇ ਉਹ ਜਿਹੜਾ 1 ਮਈ ਨੂੰ ਸੋਲੀਸਿਟੋ ਖੁੱਲਣ ਜਾ ਰਿਹਾ ਜੀ। ਪਿਛਲੀ ਵਾਰ ਵੀ ਬਹੁਤ ਸਾਰੇ ਲੋਕ ਜਿਹੜੇ ਰਹਿ ਗਏ ਸਨ ਪਰ ਉਹਨਾਂ ਨੂੰ ਹੁਣ ਦੱਸ ਦਈਏ 1 ਮਈ ਤੋਂ ਤੁਸੀਂ ਸੋਲੀਸਿਟੋ ਜਿਹੜੇ ਭਰ ਸਕਦੇ ਹੋ। ਆਪਾਂ ਉਹ ਆਪਣੇ ਖਿਸਤੌਰ ਨੂੰ ਜਿਹੜਾ ਹੈ ਹੁਣ ਤੋਂ ਹੀ ਅਲਰਟ ਕਰ ਦਿਓ। ਕੋਈ ਵੀ ਪੇਪਰ ਚਾਹੀਦਾ ਹੋਵੇ ਤਾਂ ਹੁਣ ਤੋਂ ਹੀ ਪੂਰਾ ਕਰ ਦਿਓ ਤਾਂ ਕਿ ਤੁਹਾਨੂੰ ਜਿਹੜਾ ਹੈ ਗਵਰਨਮੈਂਟ ਵੱਲੋਂ 1500 ਤੋਂ 2000 ਯੂਰੋ ਜਿਹੜਾ ਹੈ ਉਹ ਮਿਲ ਸਕੇ ਜੀ। ਕਾਸ਼ਾ ਬੈਂਕ ਜੋ ਕਿ ਬਹੁਤ ਹੀ ਮਸ਼ਹੂਰ ਜਿਹੜੀ ਹੈ ਬੈਂਕ ਹੈ ਜੀ ਸਪੇਨ ਦੇ ਵਿੱਚ, ਉਹ ਆਪਣੇ 19% ਪਲੰਤੀਆ ਜਿਹੜੇ ਹਨ ਉਹ ਦਿਸਪਦੀਰ ਕਰਨ ਜਾ ਰਹੀ ਹੈ ਜੀ, ਜਿਸ ਦੇ ਨਾਲ 8,291 ਜਿਹੜੇ trabajador ਹੈ 8,291 ਜਿਹੜੇ trabajador ਹੈ ਉਹ ਕੰਮ ਤੋਂ ਦਿਸਪਦੀਦੋ ਜਿਹੜੇ ਆ ਹੋ ਜਾਣਗੇ ਜੀ, ਜਿਸ ਨਾਲ ਕ੍ਰਿਸਿਸ ਦੇ ਵਿੱਚ ਅਤੇ ਪਾਰੋ ਦੇ ਵਿੱਚ ਹੋਰ ਵਾਧਾ ਜਿਹੜਾ ਹੈ ਹੋ ਜਾਵੇਗਾ। ਕਾਸ਼ਾ ਬੈਂਕ ਵੀ ਜਿਹੜੀ ਹੈ ਬਹੁਤ ਜ਼ਿਆਦਾ ਕ੍ਰਿਸਿਸ ਵਿੱਚ ਚਲੀ ਗਈ ਹੈ ਜੀ, ਜੋ ਕਿ ਹੁਣ ਇੱਕੋ ਵਾਰ ਆਪਣੇ 8,291 ਇੰਪਲੋਇਸ ਨੂੰ ਕੰਮ ਤੋਂ ਬਾਹਰ ਕੱਢਣ ਜਾ ਰਹੀ ਹੈ ਜੀ। ਇੰਡੀਆ ਦੇ ਵਿੱਚ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਜਿਹੜਾ ਕਰੋਨਾ ਵਾਇਰਸ ਜਿਹੜਾ ਹੈ ਉਹ ਫੈਲ ਰਿਹਾ ਜੀ। ਇੰਡੀਆ ਦੀ ਕੈਪੀਟਲ ਨਿਊ ਦਿੱਲੀ ਦੇ ਵਿੱਚ ਕੌਨਫੀਨਾਮੈਂਟੋ ਟੋਟਲ ਜਿਹੜੀ ਹੈ ਜੀ ਉਹ ਹੁਣ ਚੱਲ ਪਈ ਹੈ ਜੀ ਤੇ ਉੱਥੇ ਕੇਸ ਬਹੁਤ ਤੇਜ਼ੀ ਨਾਲ ਜਿਹੜੇ ਵੱਧ ਰਹੇ ਹਨ ਤੇ ਹੁਣ ਕੌਨਫੀਨਾਮੈਂਟੋ ਟੋਟਲ ਜਿਹੜੀ ਹੈ ਹੋ ਗਈ ਹੈ। ਅਸੀਂ ਜਿਹੜਾ ਹੈ ਹਦਾਇਤ ਕਰਦੇ ਹਾਂ ਜੋ ਵੀ ਆਪਣੇ ਸਪੇਨ ਦੇ ਨਾਗਰਿਕ ਜਿਹੜੇ ਕਿ ਇਸ ਟਾਈਮ ਇੰਡੀਆ ਦੇ ਵਿੱਚ ਬੈਠੇ ਹਨ ਜਲਦ ਤੋਂ ਜਲਦ ਜਿਹੜੇ ਹਨ ਉਹ ਵਾਪਸੀ ਕਰਨ ਦੀ ਕੋਸ਼ਿਸ਼ ਕਰਨ, ਕਿਉਂਕਿ ਜਿਹੜੇ ਹਾਲਾਤ ਹਨ ਉਹ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਮਾੜੇ ਹੋ ਰਹੇ ਹਨ। ਤੇ ਜਿਸ ਤਰ੍ਹਾਂ ਅਮਰੀਕਾ ਅਤੇ ਇੰਗਲੈਂਡ ਨੇ ਇੰਡੀਆ ਨੂੰ ਰੈੱਡ ਜ਼ੋਨ ਦੇ ਵਿੱਚ ਪਾ ਦਿੱਤਾ ਹੈ, ਉਸੇ ਤਰ੍ਹਾਂ ਕਿਤੇ ਸਪੇਨ ਵੀ ਜੇਕਰ ਉਹਨਾਂ ਨੇ ਰੈੱਡ ਜ਼ੋਨ 'ਚ ਪਾ ਦਿੱਤਾ ਤੇ ਫਿਰ ਫਲਾਈਟਾਂ ਜਿਹੜੀਆਂ ਹਨ ਉਹ ਕੈਂਸਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਕਰਕੇ ਜੋ ਵੀ ਆਪਣੇ ਸਪੈਨਿਸ਼ ਜਿਹੜੇ ਆਪਣੇ ਇੱਥੇ ਰਹਿ ਰਹੇ ਹਨ ਪੰਜਾਬੀ, ਉਹ ਜੇ ਇੰਡੀਆ ਗਏ ਹਨ ਤੇ ਜਲਦ ਤੋਂ ਜਲਦ ਆਪਣੀ ਵਾਪਸੀ ਜਿਹੜੀ ਆ ਉਹ ਸਪੇਨ ਨੂੰ ਕਰ ਲੈਣ ਜੀ। ਦੁਨੀਆ ਭਰ ਦੇ ਵਿੱਚ ਜਿੱਥੇ ਕਿ ਸਾਰੇ ਹੀ ਦੇਸ਼ਾਂ ਨੇ ਆਪਣੇ ਆਪਣੇ ਬਾਰਡਰ ਜਿਹੜੇ ਆ ਬੰਦ ਕੀਤੇ ਹੋਏ ਹਨ ਜੀ, ਟੂਰਿਸਟਾਂ ਨੂੰ ਆਉਣ ਤੋਂ ਜਿਹੜੀ ਮਨਾਹੀ ਕੀਤੀ ਹੈ, ਉੱਥੇ ਹੀ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਏ ਨੇ ਜਿਹੜਾ ਹੈ ਇਹ ਬੰਦ ਪਏ ਬਾਰਡਰਾਂ ਨੂੰ ਜਿਹੜਾ ਹੈ ਕੁਛ ਨਿਯਮਾਂ ਦੇ ਤਹਿਤ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਜੀ। ਹੁਣ ਇਮੀਗ੍ਰੇਸ਼ਨ ਅਫਸਰ ਨੇ ਕਿਹਾ ਹੈ ਕਿ ਜੋ ਵੀ ਨਿਊਜ਼ੀਲੈਂਡ ਦੇ ਵਿੱਚ ਸਲੂਤ ਦੇ ਡਿਪਾਰਟਮੈਂਟ ਦੇ ਵਿੱਚ ਜੋ ਵੀ ਕੰਮ ਕਰਦਾ ਹੈ ਉਹਨਾਂ ਦੇ ਪਰਿਵਾਰ ਜਿਹੜਾ ਹੈ ਉਹ ਹੁਣ ਨਿਊਜ਼ੀਲੈਂਡ ਆ ਜਾ ਸਕਦਾ ਹੈ ਜੀ। ਨਿਊਜ਼ੀਲੈਂਡ ਵਿੱਚ ਆਪਣੇ ਜਿਹੜੇ ਮੈਂਬਰਾਂ ਨੂੰ ਮਿਲਣ ਆ ਜਾ ਸਕਦੇ ਹਨ ਜੀ। ਉਹਨਾਂ ਲਈ ਬਾਰਡਰ ਜਿਹੜੇ ਆ ਖੋਲ੍ਹ ਦਿੱਤੇ ਹਨ ਤੇ ਇਮੀਗ੍ਰੇਸ਼ਨ ਵਿੱਚ ਕਾਫੀ ਜਿਹੜੀ ਹੈ ਸਹੂਲਤ ਦਿੱਤੀ ਤੇ ਹੋਰ ਵੀ ਜਿਹੜਾ ਕੋਈ ਉੱਚ ਅਹੁਦੇ ਤੇ ਜਿਹੜਾ ਨਿਊਜ਼ੀਲੈਂਡ ਵਿੱਚ ਕੰਮ ਕਰਦਾ ਹੈ ਉਹਨਾਂ ਦੇ ਲਈ ਵੀ ਜਿਹੜਾ ਹੈ ਉਹਨਾਂ ਦਾ ਪਰਿਵਾਰਕ ਮੈਂਬਰ ਜਿਹੜੇ ਆ ਉਹ ਨਿਊਜ਼ੀਲੈਂਡ ਜਿਹੜੇ ਆ ਜਾ ਸਕਦੇ ਹਨ ਬਗੈਰ ਸ਼ਰਤ ਤੋਂ। ਉਹਨਾਂ ਨੂੰ ਜਿਹੜਾ ਹੈ ਵੀਜ਼ਾ ਦਿੱਤਾ ਜਾਵੇਗਾ ਤੇ ਪਰ ਇਸ ਵਿੱਚ ਇੱਕੋ ਸ਼ਰਤ ਹੋਵੇਗੀ ਕਿ ਜੇਕਰ ਜੋ ਨਿਊਜ਼ੀਲੈਂਡ ਵਿੱਚ ਨੁਮਾਇੰਦਾ ਰਹਿੰਦਾ ਹੈ ਉਹ ਨਿਊਜ਼ੀਲੈਂਡ ਦੇ ਵਿੱਚ 12 ਮਹੀਨੇ ਤੋਂ ਭਾਵ ਪਿਛਲੇ 1 ਸਾਲ ਤੋਂ ਲਗਾਤਾਰ ਨਿਊਜ਼ੀਲੈਂਡ ਦੇ ਵਿੱਚ ਹੀ ਜਿਹੜਾ ਹੈ ਰਹਿੰਦਾ ਹੋਣਾ ਚਾਹੀਦਾ ਤੇ ਨਿਊਜ਼ੀਲੈਂਡ ਵਿੱਚ ਕੰਮ ਕਰਦਾ ਹੋਣਾ ਚਾਹੀਦਾ, ਜਿਸ ਤਹਿਤ ਆਪਣਾ ਉਸ ਦਾ ਪਰਿਵਾਰ ਜਿਹੜਾ ਹੈ ਸਾਰਾ ਨਿਊਜ਼ੀਲੈਂਡ ਦੇ ਵਿੱਚ ਆ ਸਕਦਾ ਹੈ ਜੀ। ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈ ਏਅਰਪੋਰਟ ਸ਼੍ਰੀ ਗੁਰੂ ਰਾਮਦਾਸ ਜੀ ਏਅਰਪੋਰਟ ਉਸ 'ਤੇ ਜਿਹੜਾ ਹੈ ਬਹੁਤ ਜ਼ਿਆਦਾ ਜ਼ੋਰਦਾਰ ਹੰਗਾਮਾ ਹੋਇਆ ਜੀ। ਬਹੁਤ ਸਾਰੇ ਲੋਕ ਜੋ ਕਿ ਕੈਨੇਡਾ ਜਾਣ ਵਾਸਤੇ ਅੰਮ੍ਰਿਤਸਰ ਵਿੱਚ ਜਿਹੜਾ ਹੈ
ਅੰਮ੍ਰਿਤਸਰ ਤੋਂ ਟੋਰਾਂਟੋ ਡਾਇਰੈਕਟ ਫਲਾਈਟ ਦਾ ਇੰਤਜ਼ਾਰ ਕਰ ਰਹੇ ਸਨ, ਜੋ ਕਿ ਉਹਨਾਂ ਨੇ ਟਿਕਟਾਂ ਲਈਆਂ ਸਨ। ਪਰ ਜਦੋਂ ਫਲਾਈਟ ਆਈ ਤੇ ਉਹਨਾਂ ਦੇ ਕਿਸੇ ਦੀ ਵੀ ਟਿਕਟ ਜਿਹੜੀ ਹੈ ਉਹ ਟੋਰਾਂਟੋ ਦੀ ਨਹੀਂ ਨਿਕਲੀ। ਉਹਨਾਂ ਨੂੰ ਬਾਅਦ ਵਿੱਚ ਏਜੰਸੀ ਨੇ ਫੋਨ ਕੀਤਾ ਕਿ ਤੁਹਾਨੂੰ ਜਿਹੜਾ ਹੈ ਟਿਕਟ ਉਹ ਦੁਬਈ ਰਾਹੀਂ ਜਿਹੜੀ ਆ ਹੋ ਕੇ ਜਿਹੜੀ ਤੁਹਾਡੀ ਏਅਰਲਾਈਨ ਜਾਵੇਗੀ, ਜਿਸ ਕਰਕੇ ਦੁਬਈ ਦਾ ਵੀਜ਼ਾ ਜਿਹੜਾ ਹੈ ਲਾਜ਼ਮੀ ਹੋਵੇਗਾ, ਜਿਸ ਤੇ ਲੋਕਾਂ ਨੇ ਜਿਹੜਾ ਹੰਗਾਮਾ ਕਰ ਦਿੱਤਾ, ਕਿਉਂਕਿ ਦੁਬਈ ਦਾ ਵੀਜ਼ਾ ਉਸੇ ਟਾਈਮ ਲੈਣਾ ਜਿਹੜਾ ਹੈ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ। ਮੌਕੇ ਤੇ ਜਿਹੜਾ ਹੈ ਸੰਸਦ ਮੈਂਬਰ ਜਿਹੜੇ ਹਨ ਉਹ ਪਹੁੰਚੇ ਹਨ ਅਤੇ ਉਹਨਾਂ ਨੇ ਜਿਹੜਾ ਲੋਕਾਂ ਦੀ ਪਰੇਸ਼ਾਨੀ ਸੁਣੀ ਅਤੇ ਵਾਅਦਾ ਕੀਤਾ ਹੈ ਕਿ ਜਿਹੜੇ ਟਰੈਵਲ ਏਜੰਟ ਨੇ ਉਹਨਾਂ ਨੂੰ ਟਿਕਟ ਬਣਾ ਕੇ ਦਿੱਤੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਤੇ ਪਰ ਲੋਕ ਜਿਹੜੇ ਹਨ ਅੰਮ੍ਰਿਤਸਰ ਏਅਰਪੋਰਟ ਤੇ ਬਹੁਤ ਜ਼ਿਆਦਾ ਇਸ ਗੱਲ ਕਰਕੇ ਪਰੇਸ਼ਾਨ ਹੋਏ ਹਨ ਜੀ। ਸੰਸਦ ਮੈਂਬਰ ਨੇ ਕਿਹਾ ਕਿ ਕੋਈ ਵੀ ਟਿਕਟ ਲੈਣ ਸਮੇਂ ਜਿਹੜਾ ਹੈ ਚੰਗੇ ਤਰੀਕੇ ਦੇ ਨਾਲ ਜਿਹੜਾ ਹੈ ਘੋਖ ਕੇ ਹੀ ਜਿਹੜਾ ਹੈ ਉਹ ਹੀ ਫੇਰ ਹੀ ਤੁਸੀਂ ਪੈਸੇ ਅਦਾ ਕਰੋ। ਜੇਕਰ ਤੁਹਾਨੂੰ ਪੂਰਾ ਕਨਫਰਮ ਨਹੀਂ ਹੈ, ਕੋਈ ਵੀ ਕਿਸੇ ਟਰੈਵਲ ਏਜੰਟ ਨੂੰ ਪੈਸੇ ਨਾ ਦਿਓ ਜੀ। ਪੰਜਾਬ ਦੇ ਵਿੱਚ ਤੇ ਇੰਡੀਆ ਦੇ ਵਿੱਚ ਕਰੋਨਾ ਦਾ ਕਹਿਰ ਜਿਹੜਾ ਹੈ ਬਹੁਤ ਜ਼ਿਆਦਾ ਜਿਹੜਾ ਹੈ ਉਹ ਵੱਧ ਗਿਆ ਜੀ। ਪੰਜਾਬ ਦੇ ਵਿੱਚ ਦੇਖੀਏ ਤਾਂ ਹਰੇਕ ਪੰਜਾਬੀ ਜਿਹੜਾ ਹੈ ਉਹ ਜਿਹੜਾ ਕਰੋਨਾ ਵਾਇਰਸ ਤੋਂ ਜਿਹੜਾ ਹੈ ਉਸ ਦੇ ਅਫੈਕਟਡ ਤੋਂ ਜਿਹੜਾ ਹੈ ਪ੍ਰਭਾਵਿਤ ਹੋ ਰਿਹਾ ਹੈ। ਜੇਕਰ ਅਸੀਂ ਰਿਸਰਚ ਕਰੀਏ ਤੇ 100 ਪਿੱਛੇ 10 ਪੰਜਾਬੀ ਜਿਹੜੇ ਹਨ ਉਹ ਕਰੋਨਾ ਵਾਇਰਸ ਤੋਂ ਅਫੈਕਟਡ ਜਿਹੜੇ ਆ ਹੋ ਚੁੱਕੇ ਹਨ ਜੀ। 42,000 ਪੰਜਾਬ 'ਚ ਟੈਸਟ ਕੀਤੇ ਗਏ, ਜਿਸ ਵਿੱਚੋਂ 4500 ਦੇ ਕਰੀਬ ਜਿਹੜਾ ਹੈ ਕੇਸ ਪੋਜ਼ਿਟਿਵ ਆਏ ਤੇ 5000 ਦੀ ਜਿਹੜੇ ਹੈ ਹੋਰ ਰਿਪੋਰਟ ਜਿਹੜੀ ਹੈ ਉਹ ਅਜੇ ਆਉਣੀ ਬਾਕੀ ਹੈ ਜੀ। ਤੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਜਿਹੜਾ ਹੈ ਕਰੋਨਾ ਦਾ ਕੇਸ ਉਹ ਜਿਹੜੇ ਆ ਪੰਜਾਬ 'ਚ ਵੱਧ ਰਹੇ ਹਨ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਪੰਜਾਬ ਨੂੰ ਲਾਕਡਾਊਨ ਵਿੱਚ ਕਰ ਦਿੱਤਾ ਜਾਵੇ ਜੀ। ਇੰਡੀਆ ਦੇ ਵਿੱਚ ਵੱਧਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਇਟਾਲੀਆ ਸਰਕਾਰ ਨੇ ਜਿਹੜਾ ਹੈ ਆਪਣੇ ਕਾਨੂੰਨਾਂ ਦੇ ਵਿੱਚ ਫੇਰ ਬਦਲ ਕਰ ਦਿੱਤਾ ਹੈ ਜੀ। ਹੁਣ ਜੇਕਰ ਕੋਈ ਵੀ ਇੰਡੀਆ ਤੋਂ ਇਟਲੀ ਲਈ ਜਿਹੜਾ ਹੈ ਉਹ ਆਵੇਗਾ ਤਾਂ ਉਸ ਦੀ ਜਿਹੜੀ ਨੈਗੇਟਿਵ ਰਿਪੋਰਟ ਜਿਹੜੀ ਹੈ ਪਹਿਲਾਂ ਜਿਹੜੀ ਹੈ 72 ਘੰਟੇ ਪਹਿਲਾਂ ਦੀ ਜਿਹੜੀ ਚਾਹੀਦੀ ਹੁੰਦੀ ਸੀ, ਜਿਸ ਦਾ ਟਾਈਮ ਘਟਾ ਕੇ ਇਟਲੀ ਸਰਕਾਰ ਨੇ 48 ਘੰਟੇ ਜ਼ਰੂਰੀ ਕਰ ਦਿੱਤੀ ਹੈ ਜੀ। ਤੇ ਉਹਨਾਂ ਨੇ ਕਿਹਾ ਹੈ ਕਿ 48 ਘੰਟੇ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਕਰੋਨਾ ਵਾਇਰਸ ਦੀ ਜਿਹੜੀ ਹੈ ਨੈਗੇਟਿਵ ਰਿਪੋਰਟ ਹੋਏਗੀ ਤਾਂ ਹੀ ਉਸ ਨੂੰ ਜਿਹੜਾ ਇਟਲੀ ਦਾ ਸਫ਼ਰ ਕਰਨ ਦਿੱਤਾ ਜਾਵੇਗਾ। ਜੋ ਅਜਿਹਾ ਨਹੀਂ ਕਰੇਗਾ ਉਸ ਦੀ ਟਿਕਟ ਜਿਹੜੀ ਹੈ ਉਹ ਰੱਦ ਕਰ ਦਿੱਤੀ ਜਾਵੇਗੀ। ਤੇ ਜੇਕਰ ਉਹ ਕਿਸੇ ਤਰ੍ਹਾਂ ਇਟਲੀ ਦੇ ਵਿੱਚ ਕੋਈ ਆ ਗਿਆ ਤਾਂ ਉਸ ਦੀ ਐਂਟਰੀ ਜਿਹੜੀ ਹੈ ਏਅਰਪੋਰਟ ਤੋਂ ਇਟਲੀ ਦੇ ਅੰਦਰ ਨਹੀਂ ਕੀਤੀ ਜਾਵੇਗੀ। ਤੇ ਜੋ ਕਰੋਨਾ ਵਾਇਰਸ ਦੀ ਰਿਪੋਰਟ ਹੈ ਉਹ ਇਟਲੀ ਲਈ 48 ਘੰਟੇ ਦੀ ਜਿਹੜੀ ਹੈ ਉਹ ਪਹਿਲਾਂ ਜਿਹੜੀ ਹੈ ਉਹ ਜ਼ਰੂਰੀ ਕਰ ਦਿੱਤੀ ਗਈ ਹੈ ਜੀ। ਸੁਪਰਮਾਰਕੀਟ ਜਾਂ ਹੋਰ ਵੀ ਕਿਸੇ ਵੀ ਅਦਾਰੇ ਦੇ ਵਿੱਚ ਓਵਰ ਡੇਟ ਜਿਹੜੀ ਹੈ ਚੀਜ਼ ਹੈ ਉਹ ਵੇਚਣੀ ਜਿਹੜੀ ਹੈ ਉਹ ਗੈਰ ਕਾਨੂੰਨੀ ਜਿਹੜੀ ਹੈ ਜਿਹੜਾ ਇਹਨਾਂ ਦੇਸ਼ਾਂ ਦੇ ਵਿੱਚ ਯੂਰਪੀਅਨ ਦੇਸ਼ਾਂ ਦੇ ਵਿੱਚ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ ਜੀ। ਖਬਰ ਆਈ ਹੈ ਜੀ ਯੂਕੇ ਤੋਂ। ਯੂਕੇ ਦੇ ਚੇਨ ਟਾਸਕੋ ਦੇ ਵਿੱਚ ਜਿਹੜਾ ਹੈ 3 ਸਟੋਰ ਜਿਹੜੇ ਹਨ ਉਹਨਾਂ ਦੇ ਉੱਤੇ ਜਿਹੜਾ ਹੈ ਛਾਪਾ ਮਾਰਿਆ ਗਿਆ ਜੀ। ਫੂਡ ਇੰਸਪੈਕਟਰਾਂ ਨੇ ਜਿਹੜਾ ਹੈ ਮੌਕੇ ਦੇ ਉੱਤੇ ਜਿਹੜਾ ਹੈ ਬਹੁਤ ਸਾਰੇ ਪ੍ਰੋਡਕਟ ਇਹੋ ਜਿਹੇ ਫੜੇ ਹਨ ਜੋ ਕਿ ਓਵਰ ਡੇਟ ਜਿਹੜੇ ਆ ਉਹ ਵੇਚਣ ਨੂੰ ਰੱਖੇ ਗਏ ਸਨ, ਜਿਸ ਤਹਿਤ ਉੱਥੇ ਅਦਾਲਤ ਨੇ ਜਿਹੜਾ ਹੈ ਉੱਥੇ ਕੇਸ ਇਹਨਾਂ ਦਾ ਲਾਇਆ ਗਿਆ ਤੇ ਅਦਾਲਤ ਨੇ 7.56 ਮਿਲੀਅਨ ਪਾਉਂਡ ਦਾ ਜੁਰਮਾਨਾ 3 ਸਟੋਰਾਂ ਨੂੰ ਜਿਹੜਾ ਉਹ ਕਰ ਦਿੱਤਾ ਹੈ ਜੀ। ਯੂਕੇ ਨੇ ਭਾਰਤ ਨੂੰ ਜਿਹੜਾ ਹੈ ਰੈੱਡ ਲਿਸਟ ਦੇ ਵਿੱਚ ਕਰੋਨਾ ਦੀ ਰੈੱਡ ਲਿਸਟ ਦੇ ਵਿੱਚ ਜਿਹੜਾ ਹੈ ਉਹ ਪਾ ਦਿੱਤਾ ਹੈ ਅਤੇ ਯੂਕੇ ਤੋਂ ਭਾਰਤੀਆਂ ਦੇ ਆਉਣ ਦੀ ਐਂਟਰੀ ਤੇ ਵੀ ਜਿਹੜਾ ਹੈ ਉਹ ਬੈਨ ਜਿਹੜਾ ਹੈ ਉਹ ਲਗਾ ਦਿੱਤਾ ਹੈ ਜੀ। ਬ੍ਰਿਟੇਨ ਤੋਂ ਭਾਰਤ ਜਿਹੜੇ ਹੁਣ ਟੂਰਿਸਟ ਤੌਰ ਤੇ ਜੋ ਲੋਕ ਆਉਣਗੇ ਉਹਨਾਂ ਤੇ ਹੁਣ ਬੈਨ ਜਿਹੜਾ ਹੈ ਉਹ ਲੱਗ ਗਿਆ ਜੀ। ਬ੍ਰਿਟੇਨ ਦੇ ਵਿੱਚ ਜਿਹੜਾ ਹੈ ਇਹ ਫੈਸਲਾ ਜਿਹੜਾ ਹੈ ਉਹ ਪਰਸੋਂ ਜਿਹੜਾ ਲੈ ਲਿਆ ਗਿਆ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਹੈ ਕਿ ਇਹ ਜੋ ਰੈੱਡ ਲਿਸਟ ਹੈ ਉਸ ਵਿੱਚ ਇੰਡੀਆ ਨੂੰ ਸ਼ਾਮਲ ਕਰ ਲਿਆ ਗਿਆ ਹੈ ਤੇ ਇਹ ਪਾਬੰਦੀ ਜਿਹੜੀ ਹੈ ਜੀ ਪਿਛਲੇ ਜਿਹੜੇ ਸ਼ੁੱਕਰਵਾਰ ਜਿਹੜਾ ਆ ਰਿਹਾ ਇਸ ਤੇ ਇਹ ਪਾਬੰਦੀ ਇੰਗਲੈਂਡ ਦੇ ਵਿੱਚ ਲਾਗੂ ਹੋ ਜਾਵੇਗੀ। ਕਿਸੇ ਨੂੰ ਵੀ ਜਿਹੜਾ ਹੈ ਬਗੈਰ ਕਿਸੇ ਕਾਰਨ ਦੇ ਖਾਸ ਕਰ ਇੰਡੀਆ ਨੂੰ ਉਹ ਜੋ ਕਿ ਰੈੱਡ ਲਿਸਟ ਵਿੱਚ ਪਾਇਆ ਹੈ ਉਹਨਾਂ ਨੂੰ ਇੰਗਲੈਂਡ ਆਉਣ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਹੋਵੇਗੀ ਜੀ।
ਇੰਡੀਆ ਦੇ ਵਿੱਚ ਕਰੋਨਾ ਕੇਸ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਅਮਰੀਕਾ ਨੇ ਵੀ ਆਪਣੇ ਨਾਗਰਿਕਾਂ ਨੂੰ ਜਿਹੜਾ ਹੈ ਇੰਡੀਆ ਦੀ ਯਾਤਰਾ ਨਾ ਕਰਨ ਨੂੰ ਕਿਹਾ ਗਿਆ ਹੈ। ਅਮਰੀਕਾ ਦੇ ਜਿਹੜਾ ਹੈ ਰੋਗ ਕਾਬੂ ਅਤੇ ਰੋਕਥਾਮ ਕੇਂਦਰ ਜਿਹੜਾ ਹੈ CDC ਨੇ ਕਿਹਾ ਹੈ ਕਿ ਕੋਵਿਡ-19 ਨਵੇਂ ਮਾਮਲਿਆਂ ਵਿੱਚ ਵਾਧੇ ਦਰਮਿਆਨ ਯਾਤਰੀ ਜੋ ਹਨ ਅਮਰੀਕਾ ਦੇ ਉਹਨਾਂ ਨੂੰ ਇੰਡੀਆ ਦੇ ਵਿੱਚ ਜਾਣ ਤੋਂ ਜਿਹੜਾ ਹੈ ਬਚਣਾ ਚਾਹੀਦਾ ਹੈ ਜੀ। ਤੇ ਜੀ ਹੁਣ ਕਰਦੇ ਹਾਂ ਜੀ ਅੱਗੇ ਤੁਹਾਡੇ ਸਵਾਲਾਂ ਦੇ ਜਵਾਬ ਜੀ। ਸਭ ਤੋਂ ਪਹਿਲਾਂ ਅਸੀਂ ਜੀ ਕੰਗ੍ਰੈਚੁਲੇਸ਼ਨ ਦਿੰਦੇ ਹਾਂ ਜੀ ਸਾਡੇ ਪਾਵਲੋ ਸਿੰਘ ਮਯੋਰਕਾ ਤੋਂ ਜੀ। ਉਹਨਾਂ ਦੇ ਜਿਹੜਾ ਕਿ ਪਿਛਲੇ ਹਰ ਵਾਰ ਜਦੋਂ ਆਪਾਂ ਆਨਲਾਈਨ ਹੋਏ ਤਾਂ ਸਭ ਤੋਂ ਪਹਿਲਾਂ ਫੋਨ ਉਹਨਾਂ ਦਾ ਆਉਂਦਾ ਜੀ, ਤੇ ਉਹ ਬੜੇ ਪਰੇਸ਼ਾਨ ਸਨ ਕਿ ਮੇਰੇ ਪੇਪਰ ਬਣਨਗੇ ਕਿ ਨਹੀਂ, ਮੈਨੂੰ ਪਾਰੋ ਆਵੇਗੀ ਕਿ ਨਹੀਂ। ਤੇ ਅਸੀਂ ਇਹਨਾਂ ਨੂੰ ਜਿਹੜਾ ਵਿਸ਼ਵਾਸ ਦਵਾਇਆ ਕਿ ਥੋੜੇ ਦਿਨਾਂ ਤੱਕ ਤੁਹਾਡੇ ਪੇਪਰ ਜਿਹੜੇ ਆ ਬਣ ਜਾਣਗੇ ਜੀ। ਤੇ ਉਹਨਾਂ ਦੇ ਜੀ ਪੇਪਰ ਪਾਸ ਹੋ ਗਏ ਆ ਤੇ ਪਾਰੋ ਵੀ ਉਹਨਾਂ ਦੀ ਨੈਟ ਤੇ ਚੜ ਗਈ ਹੈ ਤੇ ਇਕੱਠੀ ਪਾਰੋ ਵੀ ਹੁਣ ਲੈਣ ਜਾ ਰਹੇ ਆ। ਤੇ ਉਹਨਾਂ ਨੇ ਸਾਰਿਆਂ ਦਾ ਜਿਹੜੇ ਆਪਣੇ YouTube ਫੈਮਿਲੀ ਉਹਨਾਂ ਦਾ ਧੰਨਵਾਦ ਕੀਤਾ ਹੈ ਜੀ। ਤੇ ਸਾਡੇ ਵੱਲੋਂ ਵੀ ਸਾਰਿਆਂ ਵੱਲੋਂ ਪਾਵਲੋ ਸਿੰਘ ਨੂੰ ਬਹੁਤ ਬਹੁਤ ਵਧਾਈਆਂ ਜੀ। ਪਰਮਾਤਮਾ ਕਰੇ ਉਹਨਾਂ ਦੇ ਜਿਹੜੇ ਆ ਸੁੱਖ ਹਟਾਉਣੇ ਜਿਹੜੇ ਆ ਪੇਪਰ ਹੋਣ, ਤੇ ਜਿਨ੍ਹਾਂ ਦੇ ਵੀ ਤਰਾਮੀ ਤੇ ਚੱਲਦੇ ਹਨ ਜਾਂ ਕੋਈ ਆਬਜੈਕਸ਼ਨ ਲੱਗਾ ਹੈ ਅਸੀਂ ਵੀ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਕਿ ਉਹਨਾਂ ਦੇ ਵੀ ਜਲਦ ਤੋਂ ਜਲਦ ਜਿਹੜੇ ਆਬਜੈਕਸ਼ਨ ਖਤਮ ਹੋਣ ਤੇ ਉਹਨਾਂ ਨੂੰ ਵੀ ਜਿਹੜੇ ਹੈ ਪੇਪਰ ਜਿਹੜੇ ਹਨ ਜਿਨ੍ਹਾਂ ਦੇ ਤਰਾਮੀ ਤੇ ਚੱਲਦੇ ਹਨ ਉਹਨਾਂ ਨੂੰ ਵੀ ਪੇਪਰ ਜਲਦ ਤੋਂ ਜਲਦ ਪਰਮਾਤਮਾ ਦੇਵੇ। ਸਾਰੇ ਭੈਣ ਭਰਾ ਜਿਹੜੇ ਆ ਅਸੀਂ ਬਰਾਬਰ ਚੱਲੀਏ ਜੀ। ਤੇ ਮੀਕਾ ਚੌਹਾਨ ਵੱਲੋਂ ਜਿਹੜਾ ਕਮੈਂਟ ਕੀਤਾ ਗਿਆ ਉਹ 'ਚ ਸਤਿ ਸ਼੍ਰੀ ਅਕਾਲ ਵੀਰ ਜੀ, ਥੈਂਕਸ ਫॉर ਕਾਈਂਡ ਇਨਫੋਰਮੇਸ਼ਨ ਜੀ। ਅਮਨਦੀਪ ਸਿੰਘ ਵੱਲੋਂ ਕਾਲੋ ਵੱਲੋਂ ਲਵ ਫਰੋਮ ਲੰਸਾ ਰੋਤੇ ਤੋਂ ਜੀ। ਤੇ ਮਨਪ੍ਰੀਤ ਵੱਲੋਂ ਮਨਪ੍ਰੀਤ ਫੋਰਥ ਵੰਤੂਰਾ ਵੱਲੋਂ ਜੀ ਗੁੱਡ ਜੌਬ, ਥੈਂਕ ਯੂ ਜੀ। DFAD ਵੱਲੋਂ ਮੋਈ ਬੀਨ ਅਰਮਾਨੋ ਗ੍ਰਾਸੀਆ ਫॉर ਇਨਫੋਰਮੇਸ਼ਨ, ਥੈਂਕ ਯੂ ਜੀ। ਤੁਹਾਡੇ ਜੀ ਅਮਰਤਪਾਲ ਸਿੰਘ ਵੱਲੋਂ ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ। ਭਗਵਾਨ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ, ਗੋਡ ਬਲੈਸ ਯੂ। ਤੇ GK ਭਾਰਤਵਾਜ ਵੱਲੋਂ ਭਾਜੀ ਦੇਲੇ ਦੋਸਤ ਦੀ ਤਿਆਰੀ ਜੋ ਕਰਵਾਉਂਦੇ ਹਨ ਤੁਸੀਂ ਦੱਸਿਆ ਨਹੀਂ ਪਰ ਫਵਰ। ਹਾਂਜੀ ਆਪਾਂ ਜਿਹੜੇ ਹੈਗੇ ਜੀ ਕਾਈਏ ਸਲਵਾ ਦੇ ਵਿੱਚ ਹੈ ਜੀ ਪਾਰਾਲੈਲ ਤੇ 9 ਨੰਬਰ ਤੇ ਆਪਾਂ ਉਹਨਾਂ ਨਾਲ ਜਿਹੜੀ ਹੈ ਗੱਲਬਾਤ ਕੀਤੀ, ਪਰ ਉਹਨਾਂ ਦਾ ਜਿਹੜਾ ਹੈ 2 ਦਿਨ ਜਿਹੜਾ ਉਹ ਬੰਦ ਰਿਹਾ ਸੀ ਸਕੂਲ। ਤੇ ਅੱਜ ਸਪੈਸ਼ਲ ਮੈਂ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਅਗਲੀਆਂ ਖਬਰਾਂ ਦੇ ਵਿੱਚ ਤੁਹਾਨੂੰ ਦੱਸ ਦਊਂਗਾ ਜੀ। ਸਤਨਾਮ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਤੇ ਬਿਕਰਮਜੀਤ ਸਿੰਘ ਵੱਲੋਂ ਨਾਈਸ ਜੌਬ ਅਤੇ ਮਲਕ ਵਿਰਕ ਵੱਲੋਂ ਸਤਿ ਸ੍ਰੀ ਅਕਾਲ ਜੀ। ਅਤੇ ਨਵਜੋਤ ਸੈਣੀ ਵੱਲੋਂ ਸਤਿ ਸ੍ਰੀ ਅਕਾਲ ਭਾਜੀ। ਲਾਇਸੈਂਸ ਪਰਮਿਸੋ 20 ਦੇ ਐਗਜ਼ਾਮ ਦਾ ਸੀਤਾ ਲੈਣ ਬਾਰੇ ਦੱਸਿਓ। ਹਰ ਰੋਜ਼ ਟਰਾਈ ਕਰੀਦਾ ਹੈ, ਨਹੀਂ ਨਿਕਲ ਰਿਹਾ, ਕੋਈ ਤਰੀਕਾ ਹੈ ਤਾਂ ਦੱਸਿਓ। DGT ਜਿਹੜੀ ਹੈ ਤੁਸੀਂ ਆਪਣੇ ਐਪਲੀਕੇਸ਼ਨ ਭਰੋ, ਜਨਰਲ ਟ੍ਰੈਫਿਕੋ ਇਹ ਜਿਹੜੀ ਹੈਗੀ ਹੈ ਇਹਦੇ ਵਿੱਚ ਤੁਸੀਂ ਐਪਲੀਕੇਸ਼ਨ ਭਰੋ ਤੇ ਉਹ ਐਪਲੀਕੇਸ਼ਨ ਦੇ ਵਿੱਚ ਜਿਹੜਾ ਹੈ ਸੀਤਾ ਲੈਣਾ ਬਹੁਤ ਜ਼ਿਆਦਾ ਆਸਾਨ ਹੈ। ਜੇਕਰ ਫਿਰ ਵੀ ਨਹੀਂ ਮਿਲੇਗਾ ਤਾਂ ਅਸੀਂ ਵੀਡੀਓ ਜਿਹੜੀ ਹੈ ਬਣਾ ਕੇ ਦੱਸ ਦੇਵਾਂਗੇ ਜੀ। ਦਵਿੰਦਰ ਕੌਰ ਵੱਲੋਂ ਸਤਿ ਸ੍ਰੀ ਅਕਾਲ ਤੇ ਗੁਰਜੀਤ ਕੌਰ ਵੱਲੋਂ ਜੀ ਸਤਿ ਸ੍ਰੀ ਅਕਾਲ ਤੇ ਬਲਿਹਾਰ ਸਿੰਘ ਵੱਲੋਂ ਜੀ ਭਾਜੀ ਗ੍ਰੇਟ ਜੌਬ। ਮੈਂ ਪੁਰਤਗਾਲ ਜਾਣਾ ਚਾਹੁੰਦਾ ਜੂਨ 'ਚ, ਕੋਈ ਹੈਲਪ ਕਰ ਸਕਦੇ ਹੋ? ਕਿੱਦਾਂ ਹੈਲਪ ਕਰੀਏ ਜੀ ਤੁਹਾਡੀ, ਤੁਸੀਂ ਮਾੜਾ ਜਿਹਾ ਐਕਸਪਲੇਨ ਕਰ ਦਿਓ। ਜੂਨ ਦੇ ਵਿੱਚ ਤੁਸੀਂ ਪੁਰਤਗਾਲ ਜਿਹੜਾ ਉਹ ਜਾ ਸਕਦੇ ਹੋ ਜੀ ਵਿਦਆਊਟ ਕੋਈ ਵੀ ਜਿਹੜੀ ਹੈ ਉਹ ਸਖਤਾਈ ਜੂਨ ਦੇ ਵਿੱਚ ਨਹੀਂ ਹੋਵੇਗੀ। ਜੂਨ ਦੇ ਵਿੱਚ ਬਿਲਕੁਲ ਕਲੀਅਰ ਹੋ ਜਾਏਗਾ, ਤੁਸੀਂ ਆਰਾਮ ਨਾਲ ਜਾ ਸਕੋਗੇ ਜੀ। ਗਮ ਦੂਰ ਢਿੱਲੋਂ ਵੱਲੋਂ ਜੀ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਖਬਰਾਂ ਸੁਣਾਉਣ ਤੇ ਜਾਣਕਾਰੀ ਦੇਣ ਲਈ ਜੀ, ਬਹੁਤ ਮਿਹਰਬਾਨੀ ਤੁਹਾਡੀ ਜੀ। ਕੁਲਦੀਪ ਗੜਾ ਵੱਲੋਂ ਸਤਿ ਸ੍ਰੀ ਅਕਾਲ ਭਾਜੀ, ਮੈਂ ਐਡਕੈਟ ਮੋਬਾਈਲ ਦੀ ID ਬਣਾ ਰਿਹਾ ਸੀ ਬਟ ਤਰਖੇਤਾ ਦੇ ਸੈਨੇਟਰੀ ਦਾ ਨੰਬਰ ਇਨਕਰੈਕਟ ਆਉਂਦਾ ਹੈ ਹਰ ਵਾਰ। ਮੇਰੇ ਪੇਪਰ ਵੀ ਨਿਊ ਬਣੇ ਨੇ, 3 ਮੰਥ ਹੋ ਗਏ, ਉਹ ਤੋਂ ਕਰਕੇ ਕੋਈ ਪ੍ਰੋਬਲਮ ਤਾਂ ਨਹੀਂ ਸ਼ੋ ਹੋ ਰਹੀ? ਨਹੀਂ ਜੀ, ਤੁਹਾਡਾ ਜਿਹੜਾ ਕਈ ਵੇਲੇ ਇੱਦਾਂ ਹੁੰਦਾ ਜਿਹੜਾ ਪਾਦਰਮੈਂਟ ਅਤੇ ਡਾਕਟਰੀ ਕਾਰਡ ਜਿਹੜਾ 2 ਸਾਲ ਜਿਹੜਾ ਹੈ ਉਹ ਬਾਅਦ ਉਹ ਕਦੋਂ ਜਿਹੜਾ ਹੋ ਜਾਂਦਾ ਤੇ ਉਹਨੂੰ ਜਿਹੜਾ ਹੈ ਕਈ ਵੇਲੇ ਆਪਾਂ ਨਿਊ ਕਦੀ ਵੀ ਨਹੀਂ ਕਰਾਇਆ ਹੁੰਦਾ ਤੇ ਸ਼ਾਇਦ ਉਹਦੀ ਕੋਈ ਪ੍ਰੋਬਲਮ ਨਾ ਹੋਵੇ। ਤੁਸੀਂ ਜਿਹੜਾ ਹੈ ਸੈਨੀਤਾਰ ਦੇ ਜਾ ਕੇ ਉਹਨਾਂ ਨਾਲ ਗੱਲਬਾਤ ਕਰ ਲਿਓ। ਆਪਣਾ ਜਿਹੜਾ ਕਾਪ ਹੈਗਾ ਤੁਹਾਡਾ ਜਾਂ ਹਸਪਤਾਲ ਕੋਈ ਵੀ ਅਮਲੋਤਾਰੀਓ ਹੈਗਾ ਉੱਥੇ ਜਾ ਕੇ ਉਹਨਾਂ ਨੂੰ ਕਹੋ ਵੀ ਇਹ ਮੇਰਾ ਕਦੋਂ ਤੇ ਨਹੀਂ ਹੈਗਾ। ਜੇਕਰ ਉਹ ਕਦੋਂ ਨਹੀਂ ਹੋਏਗਾ ਤੇ ਕੋਈ ਹੋਰ ਪ੍ਰੋਬਲਮ ਹੋਏਗੀ, ਇੱਕ ਵਾਰ ਤੁਸੀਂ ਜਾ ਕੇ ਪੁੱਛਿਓ, ਨਾ ਹੋਏਗਾ ਤੇ ਤੁਹਾਡੀ ਜਿਹੜੀ ID ਆਪਾਂ ਮਦਦ ਕਰ ਦਾਂਗੇ ਜੀ। ਸੰਜੀਵ ਕੁਮਾਰ ਵੱਲੋਂ ਸਤਿ ਸ਼੍ਰੀ ਅਕਾਲ ਵੀਰ ਜੀ, ਮੇਰੇ ਬੇਟੇ ਨੂੰ 1 ਸਾਲ ਤੋਂ ਬਾਅਦ ਹੁਣ ਉਸ ਨੂੰ 5 ਸਾਲ ਦੀ ਲਾਰਗਾ ਦੀ ਰੈਜ਼ੀਡੈਂਸੀ
ਇਹ ਮਿਲਣੀ ਹੈ ਉਹ ਇਸ ਨੂੰ ਜੂਈ ਵਿੱਚ ਚੇਂਜ ਕਰ ਸਕਦੇ ਹਨ ਭਾਜੀ ਦੱਸਣਾ ਜੀ। ਹਾਂਜੀ ਜੀ ਚੇਂਜ ਕਰ ਸਕਦੇ ਹਨ ਜੀ, ਪਹਿਲਾਂ ਵੀ ਕਰ ਸਕਦੇ ਹਨ ਜੀ। ਜਿੱਦਾਂ ਹੁਣ ਉਹਨਾਂ ਦਾ ਜਿਹੜੇ 5 ਸਾਲ ਪੂਰੇ ਹੋ ਗਏ ਆ ਉਹ ਬਗੈਰ ਜਿਹੜਾ ਹੈ ਪਰਮਾਨੈਂਟ ਲੈ ਜਿਹੜਾ ਹੈ ਡਾਇਰੈਕਟ ਵੀ ਜੂਈ ਅਪਲਾਈ ਕਰ ਸਕਦੇ, ਪਰ ਉਹਦੇ ਵਿੱਚ ਜਿਹੜਾ ਹੈ ਉਹ ਸਲਾਹ ਦਿੰਦੇ ਹੁੰਦੇ ਕਿ ਤੁਹਾਡਾ ਕੋਈ ਜੇਕਰ ਕੋਈ ਪੇਪਰ ਰਹਿ ਗਿਆ ਜਾਂ ਪੂਰੇ ਕੰਪਲੀਟ ਨਹੀਂ ਹੁੰਦੇ ਤਾਂ ਤੁਹਾਡੇ ਪੇਪਰ ਰਿਜੈਕਟ ਵੀ ਹੋ ਸਕਦੇ ਆ। ਇਸ ਕਰਕੇ ਉਹ ਇਹ ਸਲਾਹ ਦਿੰਦੇ ਆ ਮਿਨਿਸਟਰੀ ਵਾਲੇ ਕਿ ਪਹਿਲਾਂ ਤੁਸੀਂ ਜਿਹੜੀ ਹੈ ਆਪਣੀ ਲਾਰਗਤ ਦੁਰਾਸੇ ਨੋਰਮਲ ਜਿਹੜੀ ਲੈ ਲਓ, ਜਦੋਂ ਰੈਜ਼ੀਡੈਂਸੀ ਤੁਹਾਡੇ ਹੱਥ ਵਿੱਚ ਆ ਜਾਂਦੀ ਤਾਂ ਤੁਸੀਂ ਜਿਹੜੀ ਹੈ ਜੂਈ ਜਿਹੜੀ ਹੈ ਅਪਲਾਈ ਕਰ ਦਿਓ ਜੀ। ਇਹ ਉਹ ਸਲਾਹ ਦਿੰਦੇ ਹੁੰਦੇ ਆ ਅਤੇ ਸਾਡੀ ਵੀ ਇਹੀ ਸਲਾਹ ਜਦੋਂ ਲਾਰਗਤ ਦੁਰਾਸਾ ਨੇ ਤੇ ਤੁਸੀਂ ਜੂਈ ਅਪਲਾਈ ਕਰ ਦਿਓ ਤੇ ਤੁਸੀਂ ਕਰ ਸਕਦੇ ਹੋ ਜੀ। ਜੀ ਕੇ ਭਾਰਦਵਾਜ ਵੱਲੋਂ ਜੀ ਭਾਜੀ ਰੈਂਤਾ ਡਿਕਲੇਅਰ ਕਰਵਾਉਣਾ ਹੈ 2020 ਵਿੱਚ ਮੇਰੇ ਅਕਾਊਂਟ ਵਿੱਚ ਦਿਨੇਰੋ ਇੰਗਰੇਸਾਰ ਕਦੋਂ ਹੋਣਗੇ। ਦੇਖੋ ਜਦੋਂ ਤੁਸੀਂ ਇਹਨਾਂ ਨੇ ਕਰਵਾਇਆ ਕਹਿੰਦੇ ਕਰਵਾਇਆ 2020 ਵਿੱਚ ਠੀਕ ਹੈ ਜੀ, ਇਹਦਾ 1 ਸਾਲ ਦਾ ਟਾਈਮ ਹੁੰਦਾ ਵਾ, ਪਰ ਤੁਹਾਨੂੰ ਜਿਹੜੇ ਹੈਗੇ ਆ ਕਦੀ ਕਦੀ ਤਾਂ 15 ਦਿਨਾਂ ਦੇ ਵਿੱਚ ਆ ਜਾਂਦੇ ਆ, ਕਦੀ 3 ਮਹੀਨਿਆਂ ਦੇ ਵਿੱਚ ਆ। ਜੇਕਰ 3 ਮਹੀਨਿਆਂ ਦੇ ਵਿੱਚ ਨਾ ਆਉਣ ਤੇ ਜ਼ਰੂਰ ਤੁਹਾਡੇ ਜਿਹੜਾ ਹੈਗਾ ਚਾਹੇ ਅਕਾਊਂਟ ਜਾਂ ਕੋਈ ਹੋਰ ਕੋਈ ਪ੍ਰੋਬਲਮ ਹੋਏਗੀ, ਫਿਰ 3 ਮਹੀਨੇ ਤੋਂ ਜ਼ਿਆਦਾ ਲੱਗਦਾ, ਨਹੀਂ ਤਾਂ 3 ਮਹੀਨੇ ਦੇ ਅੰਦਰ ਅੰਦਰ ਜਿਹੜੇ ਆ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਜਿਹੜੇ ਆ ਉਹ ਆ ਜਾਂਦੇ ਆ ਜੀ। ਦਿਨੇਸ਼ ਸੰਧੀ ਵੱਲੋਂ ਜੀ ਗ੍ਰੇਟ ਜੌਬ ਅਤੇ ਗੁਰਵਿੰਦਰ ਘੱਗ ਵੱਲੋਂ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ ਨੇ ਕਿਹਾ। ਤੇ ਬਿਕਰਮਜੀਤ ਸਿੰਘ ਵੱਲੋਂ ਵੱਡੇ ਵੀਰ ਜੀ ਸਤਿ ਸ੍ਰੀ ਅਕਾਲ, ਨਾਈਸ ਨਿਊਜ਼, ਥੈਂਕ ਯੂ ਜੀ ਭਾਜੀ। ਲੱਕੀ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਭਾਜੀ, ਅਰਾਈਗੋ ਅਪਲਾਈ ਕੀਤੀ ਨੂੰ 2 ਮੰਥ ਹੋ ਗਏ ਨੇ, ਅਜੇ ਜਵਾਬ ਨਹੀਂ ਆਇਆ। ਸੰਤਾ ਕੋਲੋਮਾ ਫਾਰਨੈਸ ਵਿੱਚ ਭਾਜੀ ਪਲੀਜ਼ ਦੱਸਿਓ। ਅਸੀਂ ਜੀ ਹੁਣੇ ਹੀ ਤੁਹਾਨੂੰ ਜਿਹੜਾ ਤੁਹਾਡੇ ਤੁਸੀਂ ਕਮੈਂਟ ਆਪਣਾ ਚੈੱਕ ਕਰਿਓ, ਉਹ ਕਮੈਂਟ ਦੇ ਵਿੱਚ ਅਸੀਂ ਫ਼ੋਨ ਨੰਬਰ ਹੁਣੇ ਪਾ ਦੇਣਾ ਤੁਹਾਡੇ, ਉਸ ਫ਼ੋਨ ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਕਾਲ ਕਰਕੇ ਤੁਸੀਂ ਉਹਨਾਂ ਨੂੰ ਆਪਣਾ ਟੈਲੀਫੋਨ ਨੰਬਰ ਲਿਖਾਉਣਾ ਅਤੇ ਆਪਣੀ ਈਮੇਲ ਜੇ ਉਹ ਮੰਗਣਗੇ ਉਹ ਲਿਖਾਉਣੀ ਅਤੇ ਪਾਸਪੋਰਟ ਨੰਬਰ ਲਿਖਾਉਣਾ ਜੀ, ਅਤੇ ਡੇਟ ਦੱਸ ਦੇਣੀ ਕਦੋਂ ਦੀ ਤੁਹਾਡੀ ਇੰਟਰਵਿਊ ਹੋ ਚੁੱਕੀ ਹੈ। ਅਤੇ ਜਿਹੜਾ ਤੁਹਾਡੇ ਮੈਸੇਜ ਜਿਹੜਾ ਹੈਗਾ ਉਹ ਤੁਹਾਡੇ ਫੋਨ ਦੇ ਵਿੱਚ ਆ ਜਾਏਗਾ, ਉਸ ਨੂੰ ਜਿਹੜਾ ਡਾਊਨਲੋਡ ਕਰਕੇ ਤੁਸੀਂ ਆਪਣੀ ਜਿਹੜੀ ਅਰਾਈਗੋ ਔਨਲਾਈਨ ਹੀ ਜਿਹੜੀ ਆ ਕਢਵਾ ਸਕੋਗੇ ਜੀ। ਤੁਹਾਡੀ ਆਪਣਾ ਕਮੈਂਟ ਚੈੱਕ ਕਰਿਓ, ਤੁਹਾਡੇ ਕਮੈਂਟ 'ਚ ਅਸੀਂ ਫ਼ੋਨ ਨੰਬਰ ਭੇਜ ਦਿੰਦੇ ਹਾਂ ਜੀ। ਬਿਕਰਮਜੀਤ ਸਿੰਘ ਜੀ ਗੁੱਡ ਜੋਬ ਵੀਰ ਜੀ, ਅਤੇ ਕੌਰਬਿਕ ਵੱਲੋਂ ਗੁੱਡ ਜੋਬ ਭਾਜੀ। ਅਤੇ ਰਵਿੰਦਰ ਸਿੰਘ ਵੱਲੋਂ ਜੀ ਭਾਜੀ 24 ਔਰਸ ਵਾਲੀਏ ਸੁਪਰ ਮਾਰਕੀਟ ਖੁੱਲ੍ਹਣਗੀਆਂ ਕਿ ਨਹੀਂ 9 ਮਈ ਤੋਂ ਖੋਲ ਨਹੀਂ ਜੀ, ਇਹ ਨਹੀਂ ਖੁੱਲ੍ਹਣਗੀਆਂ ਕਿਉਂਕਿ ਇਹ ਜਿਹੜਾ ਰਾਤ ਦਾ ਕੰਮ ਹੈ, ਜਿੱਦਾਂ ਕੋਪਾ ਦੇ ਬਾਰਸ ਹੈਗੀਆਂ, ਡਿਸਕੋਟੇਕਸ ਹੈਗੇ, ਇਹਨਾਂ 'ਤੇ ਹਜੇ ਰੋਕ ਹੀ ਲੱਗੀ ਰਹੂਗੀ। ਇਹ 24 ਘੰਟੇ ਵਾਲੀਆਂ ਹਜੇ ਨਹੀਂ ਖੁੱਲ੍ਹਣਗੀਆਂ ਜੀ। ਸ਼ਰਨਜੀਤ ਸਿੰਘ ਵੱਲੋਂ ਗੁੱਡ ਜੋਬ ਅਤੇ ਪਰਮਜੀਤ ਕੌਰ ਵੱਲੋਂ ਸਤਿ ਸ਼੍ਰੀ ਅਕਾਲ, ਅਤੇ ਅੰਮ੍ਰਿਤਪਾਲ ਸਿੰਘ ਵੱਲੋਂ ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਆਪਣੀ ਫੈਮਿਲੀ ਅਪਲਾਈ ਕਰ ਸਕਦਾ, ਮੈਂ ਇਰਤੇ 'ਤੇ ਹਾਂ ਜਾਂ ਅਤੇ 2 ਬੇਟੀ ਹੈ ਅਤੇ ਬੇਟੀ 2 ਸਾਲ ਦੀ ਹੈ ਜੀ, ਬੇਟੀ 2 ਸਾਲ ਦੀ ਹੈ। ਅਤੇ ਤੁਸੀਂ ਇਹ ਦੇਖੋ ਕਿ ਤੁਹਾਡੇ ਜਿਹੜੇ ਇਰਤੇ ਆ ਕਿੰਨੇ ਆ ਰਹੇ ਆ, ਅਤੇ ਤੁਹਾਡਾ ਜਿਹੜਾ ਕੰਟਰੈਕਟ ਉਹ 1 ਸਾਲ ਦਾ ਜਾਂ ਫਿਗੋ ਹੈ, ਇਹ 'ਤੇ ਡਿਪੈਂਡ ਕਰਦਾ। ਜੇਕਰ ਤੁਹਾਡੀ ਫੈਮਿਲੀ ਹੈ ਅਤੇ ਇਹ ਬੇਟੀ 2 ਸਾਲ ਦੀ, ਅਤੇ ਤੁਸੀਂ ਲਾ ਲਓ ਕਿ 800 ਯੂਰੋ ਜਿਹੜਾ ਹੈ ਇੱਕ ਪਰ ਤੁਹਾਡੀ ਵਾਈਫ ਹੈ ਜਿਹੜੀ ਆਉਣੀ ਹੈ ਉਹਦਾ 800 ਯੂਰੋ, ਉਸ ਤੋਂ ਬਾਅਦ 266 ਯੂਰੋ ਜਿਹੜੇ ਹੈ ਉਹ ਪਰ ਮੈਂਬਰ ਦੇ ਹਿਸਾਬ ਨਾਲ ਉਹਨੂੰ ਵਧਾ ਲਓ, ਅਤੇ ਤੁਸੀਂ ਦੇਖ ਲਓ ਕਿ 1066 1070 ਲਾ ਲਓ, 1070 ਯੂਰੋ ਤੁਸੀਂ ਲੈਂਦੇ ਹੋਣੇ ਚਾਹੀਦੇ ਆ, ਅਤੇ ਤੁਸੀਂ ਫੈਮਿਲੀ ਅਪਲਾਈ ਕਰ ਸਕੋਗੇ ਜੀ। ਅਤੇ ਪਿਛਲਾ ਰੈਂਤਾ ਜਿਹੜਾ muy ਇੰਪੋਰਟੈਂਟ ਹੈ ਕਿ ਤੁਹਾਡਾ 12,000 ਯੂਰੋ ਹੋਵੇ ਜੀ। ਰਾਧਨ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਤੇ ਦੀਪ ਸਿੰਘ ਵੱਲੋਂ ਜੀ ਭਾਜੀ ਮੈਂ 15 ਦਿਨ ਦਾ ਸੀਤਾ ਹੈ ਹਿਸਟੋਰੀਕਾ ਦਾ ਇੰਪਾਦਰੋਮੈਂਟੋ ਲਈ, ਪਰ ਭਾਜੀ ਇਨਫੋਰਮੇ ਪਦੀਦ ਦਾ ਸੀਤਾ ਵੀ ਹੁਣ ਲੈ ਸਕਦੇ ਹਾਂ 1-2 ਜੂਨ ਦਾ, ਕਿ ਸੀਤਾ ਪਹਿਲਾਂ ਹਿਸਟੋਰੀਕੋ ਦਾ ਹੈ ਕਿ ਇੱਕ ਹੋਰ ਸੀਤਾ ਕਿਵੇਂ ਹੋ ਸਕਦਾ ਹੈ। ਦੇਖੋ ਜੀ ਕੋਈ ਸੀਤਾ ਹਿਸਟੋਰੀਕੋ ਤਾਂ ਨਹੀਂ ਹੁੰਦਾ, ਕੋਈ ਪਾਦਰੋਮੈਂਟ ਦਾ ਕੋਈ ਕੁਛ ਨਹੀਂ ਹੁੰਦਾ। ਖਿਸਤੋਨ ਪਾਦਰੋਨ ਜਿਹੜੀ ਹੈਗੀ ਉਹਦੇ ਵਿੱਚ ਤੁਸੀਂ ਸਾਰੇ ਹੀ ਕੰਮ ਕਰ ਸਕਦੇ ਹੋ, ਹਿਸਟੋਰੀਕੋ ਵੀ ਅਪਲਾਈ ਕਰ ਸਕਦੇ ਹੋ, ਪਾਦਰੋਮੈਂਟ ਦਾ ਬਾਖਾ ਆਲਤਾ ਵੀ ਕਰ ਸਕਦੇ ਹੋ, ਕੁਛ ਵੀ ਕੰਮ ਜਿਹੜਾ ਹੈਗਾ ਖਿਸਤੋਨ ਪਾਦਰੋਨ ਦੇ ਵਿੱਚ ਤੁਸੀਂ ਸਾਰੇ ਹੀ ਕੰਮ ਕਰ ਸਕਦੇ ਹੋ। ਅਰਾਈਗੋ ਦਾ ਕੋਈ ਸਪੈਸ਼ਲ ਸੀਤਾ ਨਹੀਂ ਹੁੰਦਾ, ਉਹ ਵੀ ਇਹਦੇ ਵਿੱਚ ਹੀ ਅਪਲਾਈ ਕਰ ਸਕਦੇ ਹੋ ਜੀ, ਇਹਦੇ ਕੋਈ ਗੱਲ ਨਹੀਂ। ਅਤੇ
ਤੁਹਾਨੂੰ ਸਾਰਿਆਂ ਨੂੰ ਆਪਾਂ ਦੱਸ ਦਈਏ ਕਿ 1 ਮਹੀਨਾ ਪਹਿਲਾਂ ਤੁਸੀਂ ਜਿਹੜਾ ਉਹ ਅਰਾਈਗੋ ਅਪਲਾਈ ਕਰ ਸਕਦੇ ਹੋ। ਜਦੋਂ ਤੁਹਾਨੂੰ ਤੁਹਾਡੇ 3 ਸਾਲ ਹੋਣ ਦੇ ਵਿੱਚ 2 ਮਹੀਨੇ ਰਹਿ ਜਾਣ ਜਾਂ 1.5 ਮਹੀਨਾ ਰਹਿ ਜਾਵੇ ਤੇ ਤੁਸੀਂ ਹਿਸਟੋਰੀਗੋ ਤੇ ਪਾਰਲੀਮੈਂਟ ਜਿਹੜੀ ਹੈ ਉਹ ਤਿਆਰ ਰੱਖਿਆ ਕਰੋ, ਕਿਉਂਕਿ ਹਿਸਟੋਰੀਗੋ ਜਿਹੜਾ ਹੈ ਉਹ ਲਾਈਨ ਨੂੰ ਹਮੇਸ਼ਾ 7 ਦਿਨ ਘੱਟੋ ਘੱਟ ਜਿਹੜੇ ਲੱਗ ਜਾਂਦੇ ਆ ਤੇ ਸੀਤੇ ਜਦੋਂ ਅਸੀਂ ਟਾਈਮ ਨਾਲ ਲੈਂਦੇ ਤੇ ਉਹਦਾ 1 ਮਹੀਨੇ ਦਾ ਜਿਹੜਾ ਸੀਤਾ ਹੋਰ ਲੇਟ ਹੋ ਜਾਂਦਾ। ਇਸ ਕਰਕੇ ਜਿਸ ਦਿਨ ਤੁਹਾਨੂੰ 3 ਸਾਲ ਹੋਣੇ ਉਸ ਤੋਂ 1.5 ਮਹੀਨਾ ਪਹਿਲਾਂ ਤੁਸੀਂ ਆਪਣੇ ਹੱਥ ਦੇ ਵਿੱਚ ਹਿਸਟੋਰੀਗੋ ਪਾਦਰੋਮੈਂਟੋ ਜਿਹੜੀ ਆ ਉਹ ਰੱਖੋ। ਬਾਕੀ ਕੰਮ ਜਿਹੜੇ ਆ ਉਹ ਬਾਅਦ ਵਿੱਚ ਚੱਲੂਗੇ, ਪਰ ਇਹ ਜਦੋਂ ਹਿਸਟੋਰੀਗੋ ਤੇ ਪਾਦਰੋਮੈਂਟੋ ਤੁਹਾਡੇ ਹੱਥ ਵਿੱਚ ਆਊਗੀ ਤੇ ਪੂਰੇ 1 ਮਹੀਨੇ ਦਾ ਜਿਹੜਾ ਹੈਗਾ ਸੀਤਾ ਤੁਸੀਂ ਅਰਾਈਗੋ ਸੋਸ਼ਲ ਅਪਲਾਈ ਕਰਨ ਦਾ ਪਾਦਰੋ ਖਿਸਤੋਣ ਦਾ ਜਿਹੜਾ ਹੈ ਉਹ ਲੈ ਕੇ ਰੱਖੋ। ਇਸ ਤਰ੍ਹਾਂ ਤੁਸੀਂ ਤਰਤੀਬ ਨਾਲ ਕਰੋਗੇ ਤੇ ਤੁਹਾਡਾ ਸਾਰਾ ਹੀ ਟਾਈਮ ਜਿਹੜਾ ਹੈ ਉਹ ਬਚ ਜਾਏਗਾ ਜੀ। ਲਰਨ ਸਪੈਂਡ ਵਿਦ ਪੰਜਾਬੀ ਵੱਲੋਂ ਗੁੱਡ ਜੌਬ ਤੇ ਜਗੀਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਭਾਜੀ ਤੇ ਰਮਨਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਗੁੱਡ ਜੌਬ ਤੇ ਜੰਗ ਬਹਾਦਰ ਵੱਲੋਂ ਗੁੱਡ ਨਿਊਜ਼ ਤੇ ਗੋਮੀਤਰੇ ਸਿੰਘ ਵੱਲੋਂ ਜੀ ਓਲਾ ਅਰਮਾਨੋ ਕੋਮੋ ਸਟਾਸ ਦਿਸ ਸਾਈਡ ਪਾਲਵੋ ਸੀਨੀਅਰ। ਅੱਛਾ, ਇਹਨਾਂ ਨੇ ਜੀ ਨਵੀਂ ਆਈਡੀ ਬਣਾਈ ਹੈ ਪਾਵਲੋ ਸਿੰਘ ਨੇ, ਕਿਉਂਕਿ ਇਹਨਾਂ ਦਾ ਪੇਪਰ ਪਾਸ ਹੋ ਗਿਆ। ਹੁਣ ਨਵੇਂ ਜਿਹੜੇ ਹੈਗੇ ਆ ਇਹ ਚੀਜ਼ਾਂ ਬਣਾਉਂਦਾ ਵਾ ਤੇ ਕੋਈ ਗੱਲ ਨਹੀਂ ਪਾਵਲੋ ਸਿੰਘ ਜੀ, ਤੁਹਾਡੀ ਆਈਡੀ ਨਵੀਂ ਹੈ ਤੇ ਠੀਕ ਹੈ ਜੀ, ਬਹੁਤ ਮਿਹਰਬਾਨੀ। ਤੇ ਸਿੱਧੂ ਵੱਲੋਂ ਜੀ ਗੁੱਡ ਜੌਬ, ਗੁਰਮੀਤ ਸਿੰਘ ਵੱਲੋਂ ਜੀ muy bien ਅਤੇ ਪਾਵਲ ਸਿੰਘ ਵੱਲੋਂ como estás muy bien। ਤੇ ਇਸ ਦੇ ਨਾਲ ਹੀ ਤੁਹਾਡੇ ਸਾਰਿਆਂ ਦੇ ਜਿਹੜੇ ਹੈ ਉਹ ਕਮੈਂਟ ਜਿਹੜੇ ਆ ਉਹ ਇੱਥੇ ਸਮਾਪਤ ਹੋ ਜਾਂਦੇ ਜੀ। ਤੇ ਕੱਲ ਨੂੰ ਨਵੀਆਂ ਖਬਰਾਂ ਦੇ ਨਾਲ ਫਿਰ ਤੋਂ ਆਪਾਂ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਜਿਹੜਾ ਹੈ ਜੀ ਇਜਾਜ਼ਤ ਦਿਓ ਜੀ ਗੁਰਜੀਤ ਸਿੰਘ ਨੂੰ, ਤੇ ਕੱਲ ਨੂੰ ਮਿਲਦੇ ਜੀ ਨਵੀਆਂ ਖਬਰਾਂ ਦੇ ਨਾਲ। ਸਾਰਿਆਂ ਦੀ ਮਿਹਰਬਾਨੀ, ਸਾਰਿਆਂ ਦਾ ਧੰਨਵਾਦ ਜੀ ਜਿਹੜੇ ਕਮੈਂਟ ਪੜ੍ਹਦੇ ਆ, ਕਮੈਂਟ ਸੁਣਦੇ ਆ, ਖਬਰਾਂ ਸੁਣਦੇ ਆ ਤੇ ਕਮੈਂਟ ਕਰਦੇ ਆ। ਸਾਰਿਆਂ ਦਾ ਧੰਨਵਾਦ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਹੱਸਦੇ ਵਸਦੇ ਰਹੋ ਜੀ। ਕੱਲ ਫਿਰ ਮਿਲਾਂਗੇ ਜੀ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ।